ਫਿਰ ਸਵੇਰ 8 ਵਜੇ ਜਦੋਂ ਪਤਾ ਚੱਲਿਆ ਨਾ ਵੀ ਕੁੜੀ ਮੁੰਡਾ ਵਾਸਬ ਮਰਿਆ ਪਿਆ ਵਾ, ਫਿਰ ਸਾਡੇ ਘਰ ਰੋਣ ਪਿੱਟਣ ਪੈ ਗਈ। ਸਾਡੇ ਤੇ कियामत टूट गई है। बच्ची की नाश जो है वो इधर नीचे पड़ी है, उसके ऊपर ना कपड़ा पड़ा हुआ। जो बच्चा है वो उसकी स्टैनी के साथ जो बेरी का दरख्त है ना, उसके गले से काले और सफेद रंग का कपड़ा उसके साथ फंदा डला हुआ। ਕਹਿੰਦੇ ਸੀ ਮੇਰੀ ਸ਼ਾਦੀ ਕਰਦਾ ਤੇ ਅੱਬੂ ਨਸ਼ਈ ਸੀ, ਕੁੱਟਦਾ ਮਾਰਦਾ ਸੀ, ਇਸ ਡਰ ਤੋਂ ਵਿਚਾਰੀ ਭੱਜੀ ਸੀ। इस वक्त जी हमारे साथ मौजूद हैं मकतूल वासिफ, 17 साल लड़का, जिसको उसकी बहन के साथ, जिसकी उम्र 14 साल थी, उसी की माँ ने बड़ी बेरहमी से कत्ल करके लटका दिया था। एक गांव में एक इलाका है, दरख्त के साथ उसकी लाश को, और बहन को उसके पास फेंक दिया था मार के। इस वक्त हमारे साथ उस मकतूल की फुप्पो मौजूद हैं, उनसे हम बात करते हैं सारे मामले के हवाले से। ये दसो जी कि सारा मामला लड़ाई झगड़ा क्यों ਇੱਥੋਂ ਤੱਕ ਪਹੁੰਚ ਗਿਆ ਕਿ ਸਗੀ ਮਾਂ ਹੀ ਭਾਜੀ ਕਾਤਲ ਬਣ ਗਈ? ਜਿਹੜਾ ਬੱਸ ਬਣਾ ਇੱਥੋਂ ਚਲੇ ਗਿਆ ਸੀ ਵੀ ਮੈਂ ਇਹ ਕੁੜੀ ਨੂੰ ਲੈ ਕੇ, ਵੀ ਉਹ ਭੈਣ ਨੇ ਮਦਦ ਮੰਗੀ, ਭਰਾ ਲੈ ਕੇ ਚਲੇ ਗਿਆ, ਉਹਨੇ ਪੁਲਿਸ ਪਵਾਤੀ। ਨਹੀਂ ਇਹ ਤੁਸੀਂ ਮੈਨੂੰ ਪਹਿਲਾਂ ਦੱਸੋ ਕਿ ਵਾਸਫ ਇੱਥੇ ਪਲਿਆ? ਹਾਂਜੀ 6 ਮਹੀਨਿਆਂ ਦਾ ਸੀ ਜਦੋਂ ਅੰਮੀ ਛੱਡ ਕੇ, ਹਾਂਜੀ ਅੰਮੀ ਛੱਡ ਕੇ ਤੇ ਗਾਂ ਚਲੇ ਗਈ ਸੀ। ਉਹਦੇ ਵਿੱਚੋਂ 4 ਬੱਚੇ ਤੇ 2 ਬੱਚੀਆਂ ਹੋਈਆਂ। ਉਹੀ ਔਰਤ ਜਿਹੜੀ ਹੈ ਜਿਹਨੇ ਵਾਸਫ ਨੂੰ ਕਤਲ ਕਰਾਇਆ, ਉਹਦੀ ਸਗੀ ਮਾਂ, ਜਦੋਂ ਉਹਦਾ ਪਹਿਲਾ ਵਿਆਹ ਹੋਇਆ ਸੀ ਤੁਹਾਡੇ ਭਾਈ ਨਾਲ ਹੋਇਆ ਸੀ। ਹਾਂਜੀ ਅੱਗੋਂ ਜਦੋਂ ਉਹਦਾ ਬੱਚਾ ਪੈਦਾ ਹੋਇਆ 6 ਮਹੀਨੇ ਦਾ, ਉਹ ਤੁਹਾਨੂੰ ਦੇਖ ਕੇ ਆਪ ਅੱਗੇ ਨਿਕਲ ਗਈ। ਫਿਰ ਮੇਰੇ ਭਾਈ ਕੋ ਸਾਂਭਿਆ ਨਹੀਂ ਸੀ ਜਾਂਦਾ ਤੇ ਮੇਰੇ ਭਾਜੀ ਦਾ ਬੱਚਾ ਹੈ ਨਹੀਂ ਸੀ, ਵੱਡੇ ਦਾ 6 ਬੱਚੀਆਂ ਸੀ। ਉਹ ਇਹਨੂੰ ਕਿਹਾ ਵੀ ਚੱਲ ਤੂੰ ਪਾਲ ਲਾ, ਵੀ ਮੇਰੇ ਕੋ ਨਹੀਂ ਸਾਂਭਿਆ ਜਾਂਦਾ। ਉਹ ਫਿਰ ਸਾਂਭਿਆ, ਪਾਲਿਆ, ਹੁਣ ਮਾਂ ਚਲੇ ਗਈ। ਸਾਡੇ ਤੇ ਕਿਆਮਤ ਟੁੱਟ ਗਈ ਆ। सोच के भी ना रोंगटे खड़े हो जाते हैं। वो लड़का जो है ना, जब बड़ा हुआ ना, उसके ताया ने हमें बताया अभी कि अपनी माँ की मोहब्बत में माँ के पास जाता था, और ताया ने समझाया, ताया अबू उसके समझाते भी थे मत जाओ, लेकिन कहता था मेरी तो माँ है। 20 ਸਾਲਾਂ ਬਾਅਦ ਮੁੜ ਕੇ ਵਾਸਫ ਜਵਾਨ ਸੀ ਤੇ ਫਿਰ ਇੱਥੇ ਕੰਮ ਕਰਦਾ ਹੁੰਦਾ ਸੀ ਤੇ ਉਹਨੂੰ ਫਿਰ ਉਹਨੂੰ ਪਤਾ ਲੱਗਾ ਮੇਰੀ ਮਾਂ ਆ ਗਈ ਪਿੰਡ ਵਿੱਚ। ਹਾਂ, ਤੇ ਉਹ ਫਿਰ ਲੰਘਣਾ ਨਾ ਤੇ ਵਾਸਫ ਨੂੰ ਲਾਲਚ ਦੇ ਜਾਣਾ 150 ਦਾ, ਤੇ ਵਾਸਫ ਨੇ ਉਹਦੇ ਨਾਲ ਅਸੀਂ ਕਹਿਣਾ, ਮੇਰੇ ਭਾਈ ਨੇ ਵੀ ਨਾ ਜਾ ਪੁੱਤ, ਤੇਰੀ ਜਦੋਂ ਅੰਮੀ ਛੋਟੇ ਹੁੰਦੇ ਨੂੰ ਛੱਡ ਗਈ ਤੇ ਹੁਣ ਨਾ ਜਾ। ਉਹ ਫਿਰ ਕਹਿੰਦਾ ਸੀ ਵੀ ਜੇ ਤੂੰ ਕਹਿਣਾ ਨਾ ਮੈਂ ਪੱਕਾ, ਹਾਂ ਮੈਂ ਪੱਕਾ ਜਾਣਾ। ਫਿਰ ਲੋਕਾਂ ਨੇ ਵੀ ਕਹਿਣਾ ਵੀ ਤੂੰ ਇਹਦਾ ਕਰਕੇ ਸਕੀ ਮਾਂ ਵਾ ਤੇ ਤੂੰ ਮਿਲਣ ਨਹੀਂ ਦਿੰਦਾ, ਤੈਨੂੰ ਕੱਲ ਨੂੰ ਮੁੰਡਾ ਛੱਡ ਕੇ ਚਲੇ ਜਾਏਗਾ। ਇਹਨੇ ਫਿਰ ਇਹਦੇ ਮਾਂ ਦੇ ਪਿਆਰ ਵਿੱਚ ਮਿਲਦਾ ਸੀ। ਹਾਂਜੀ ਜ਼ਾਹਿਰ ਉਹਨੂੰ ਮਾਂ ਦੇ ਪਿਆਰ ਦੀ ਖਿੱਚ ਪੈਂਦੀ ਤੇ ਜਾਂਦਾ ਸੀ, ਪਰ ਉਹਨੂੰ ਤੇ ਨਹੀਂ ਪਤਾ ਮਾਂ ਹੀ ਕਾਤਲ ਤੇ ਜਿੱਦਣ ਫਿਰ ਚਲੇ ਜਾਂਦਾ ਉਦੋਂ ਫਿਰ ਸਵੇਰ ਸਾਨੂੰ ਨਹੀਂ ਪਤਾ ਵੀ ਇਹ ਚਲੇ ਗਿਆ। ਅਸਲੇ ਥੋੜੀ ਘਰੇ ਸੀਗਾ ਤੇ ਰਾਤ ਨੂੰ ਇਹ ਚਲੇ ਜਾਂਦੇ ਆ। ਫਿਰ ਸਵੇਰ ਨੂੰ ਪੁਲਿਸ ਆਂਦੀ ਆ ਤੇ ਮੇਰੇ ਭਰਾ ਦੀਆਂ ਬੱਕਰੀਆਂ ਵੀ ਤੇ ਮਾਲ ਡੰਗਰ ਵੀ ਤੇ ਮੇਰੇ ਭਰਾ ਨੂੰ ਵੀ ਲੈ ਜਾਂਦੀ ਆ। ਫਿਰ ਪਤਾ ਚੱਲਿਆ ਵੀ ਇਦਾਂ ਕਰਕੇ ਉਹ ਚਲੇ ਗਏ। ਤੇ ਤਾਂ ਫਿਰ ਉੱਥੋਂ ਇਹਨੇ ਕੁੜੀ ਨੇ ਬਿਆਨ 5-7 ਦਿਨਾਂ ਬਾਅਦ ਕੁੜੀ ਲੱਭ ਗਈ। ਕੁੜੀ ਜੱਜ ਦੇ ਬਿਆਨ ਕਰ ਗਈ, ਮੈਂ ਆਪਣੇ ਭਾਈ ਦੇ ਨਾਲ ਆ। ਫਿਰ ਚਲੇ ਗਈ, ਮੈਂ ਰਹਿਣਾ ਆਪਣੇ ਭਾਈ ਕੋਲੇ ਹੀ ਆ। ਦੇਖੋ ਉਸ ਕੁੜੀ ਦੀ ਮਾਂ ਵੀ ਸਗੀ ਤੇ ਪਿਓ ਵੀ ਸਗਾ ਹੈ। ਹਾਂਜੀ, ਤੇ ਵਜ੍ਹਾ ਕੀ ਸੀ ਕਿ ਆਪਣੇ ਸਗੇ ਮਾਂ ਪਿਓ ਕੋਲੋਂ ਉਹ ਇੰਨੀ ਨਾਰਾਜ਼ ਹੋ ਗਈ ਤੇ ਭਾਈ ਦੇ ਨਾਲ ਰਹਿੰਦੀ ਸੀ ਆਪਣੇ। ਉਹ ਕਹਿੰਦੇ ਸੀ ਮੇਰੀ ਸ਼ਾਦੀ ਕਰਦਾ ਤੇ ਅੱਬੂ ਨਸ਼ਈ ਸੀ, ਕੁੱਟਦਾ ਮਾਰਦਾ ਸੀ, ਇਸ ਡਰ ਤੋਂ ਵਿਚਾਰੀ ਭੱਜੀ ਸੀ। ਅੱਛਾ, ਹਾਂਜੀ, ਜਿਸ ਬੰਦੇ ਨਾਲ ਵਿਆਹ ਹੋਣਾ ਸੀ ਨਸ਼ਈ ਸੀ ਉਹ ਵੀ ਪਿਓ ਵੀ ਨਸ਼ਾ ਕਰਦਾ ਸੀ ਨਾ। ਅੱਛਾ, ਹਾਂਜੀ, ਪਿਓ ਵੀ ਨਸ਼ਾ ਕਰਦਾ ਸੀ ਤੇ ਫਿਰ ਕੁੱਟਦਾ ਮਾਰਦਾ ਸੀ। ਬਾਲੜੀ ਸੀ, ਜਿੱਦਾਂ ਨੂੰ ਜੇਣ ਆ ਗਿਆ ਉਹ ਉਸ ਪਾਸੇ ਫਿਰ ਭਰਾ ਨੂੰ ਦੱਸਿਆ ਤੇ ਭਰਾ ਲੈ ਗਿਆ। ਜਿੱਥੇ ਸ਼ਾਦੀ ਹੋ ਰਹੀ ਸੀ ਉੱਥੇ ਵੀ ਕੁੜੀ ਰਾਜ਼ੀ ਨਹੀਂ ਸੀ ਰਾਜੀ, ਤਾਂ ਹੀ ਤਾਂ ਭਰਾ ਦੀ ਮਦਦ ਮੰਗ ਕੇ ਗਈ ਆ। ਤੇ ਫਿਰ ਜਿੱਦਾਂ ਇਹ ਵਾਕਿਆ ਹੋਇਆ ਵੀ ਆ ਮਾਰਨ ਵਾਲਾ, ਸਾਨੂੰ ਕੋਈ ਪਤਾ ਨਹੀਂ। ਅਸੀਂ ਸੁੱਤੇ ਸਵੇਰ ਨੂੰ ਉੱਠੇ ਆ 7 ਵਜੇ, ਜਾਣੀ ਕਿ ਸਾਨੂੰ ਨਾ ਪਤਾ ਲੱਗ ਗਿਆ ਵੀ ਇੱਧਰ ਕਿਤੇ ਕੁੜੀ ਮੁੰਡਾ ਕਿਸੇ ਨੇ ਮਾਰ ਕੇ ਟੰਗ ਦਿੱਤੇ। ਸਾਨੂੰ ਇਹ ਵੀ ਨਹੀਂ ਪਤਾ ਵੀ ਸਾਡੇ ਮਾਰ ਕੇ ਟੰਗ ਦਿੱਤੇ ਆ। ਫਿਰ ਉਹ ਸਵੇਰ ਜਦੋਂ 8 ਦਾ ਟਾਈਮ ਹੋਇਆ ਨਾ, ਫਿਰ ਮੋਬਾਈਲਾਂ ਦੇ ਵਿੱਚ ਤਸਵੀਰਾਂ ਆਉਣ ਲੱਗ ਪਈਆਂ। ਪੂਰੇ ਪਿੰਡ 'ਚ ਖੌਫ ਫੈਲ ਗਿਆ। ਹਾਂਜੀ, ਲਾਸ਼ ਲਟਕੀ, ਇਹਦੇ ਨਾਲ ਕੁੜੀ ਡਿੱਗੀ ਪਈ, ਤਸਵੀਰਾਂ ਆਉਣ ਲੱਗ ਪਈਆਂ। ਤੇ ਮੇਰੇ ਜਿਹੜੇ ਦੇਰ ਆ ਨਾ, ਉਸ ਮੁੰਡੇ ਦੇ ਜਿਹੜਾ ਕਾਤਲ ਆ, ਪਿਓ ਵਾ ਕੁੜੀ ਦਾ, ਉਹ ਮੇਰੇ ਦੇਰ ਆ। ਉੱਥੇ ਕੰਮ ਕਰਨ ਗਏ ਨਾ, ਉਹਨਾਂ ਦੇ ਥੋੜਾ ਜਿਹਾ ਉਰਲੇ ਪਾਸੇ, ਤੇ ਉੱਥੋਂ ਅੰਮੀ ਤੇ ਅੱਬੂ ਏਦਾਂ ਸੜਕ ਤੇ ਭੱਜੇ ਫਿਰਦੇ ਆ। ਰਾਤ ਦੀ ਸੁੱਟੀ ਹੋਈ ਸੀ, ਸਾਨੂੰ ਕੀ ਪਤਾ ਸੀ ਵੀ ਇਹਨਾਂ ਨੇ ਉਹ ਮਾਰੇ ਆ। ਤੇ ਫਿਰ ਜਦੋਂ ਜਾਂਦੇ ਆ ਨਾ, ਉਹ ਦਰਖਤ ਪੱਟਦੇ ਆ ਤੇ ਉਹ ਬੰਦਾ ਜਿਹੜਾ ਉਹ ਚੜ ਕੇ ਮੋਟਰਸਾਈਕਲ ਤੇ ਉਧਰ ਨੂੰ ਚੱਲ ਜਾਂਦਾ ਲਾਸ਼ਾਂ ਵਾਲ ਨੂੰ। ਤੇ ਜਿਹੜੀ ਹੁੰਦੀ ਮਾਂ, ਉਹ ਉੱਥੇ ਚਾਂਗਰਾ ਮਾਰਨ ਲੱਗ ਜਾਂਦੀ ਵੀ ਆ ਮੇਰੇ ਭਰਾਵਾਂ ਨੇ ਮਾਰਿਆ, ਇਹਨਾਂ ਨੇ ਮਾਰਿਆ, ਇਹਨਾਂ ਨੂੰ ਹੱਥ ਕਰ। ਯਾਨੀ ਕਿ ਆਪ ਮਾਰ ਕੇ ਇਲਜ਼ਾਮ ਤੁਹਾਡੇ ਤੇ ਲਾ ਰਹੇ? ਹਾਂਜੀ, ਉਹ ਫਿਰ ਮੇਰਾ ਜਿਹੜਾ ਆ ਮੇਰਾ ਭਰਾ ਵਾ ਨਾ, ਮੇਰੇ ਬਹਨੋਈ ਨੇ ਫਿਰ ਸਵੇਰ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ। ਮੇਰੇ ਬੇਟੇ ਨੂੰ ਵੀ ਲੈ ਜਾਂਦੀ ਆ। ਵੀ ਉਹ ਭਾਈ ਕਹਿੰਦਾ ਵੀ ਇਹਨਾਂ ਨੇ ਮੇਰੇ ਕੋਲ ਮਰਵਾਇਆ ਤੇ ਇਹ ਮੇਰੇ ਨਾਲ ਆ। ਇਹਨੇ ਇੱਕ ਨੇ ਟੰਗਿਆ, ਇੱਕ ਨੇ ਮਾਰਿਆ, ਇੱਕ ਨੇ ਸੁੱਟੀ ਆ। ਮੇਰੇ ਮਗਰ ਪਿਸਟਲ ਲੈ ਕੇ ਮੁੰਡਾ ਚੜ ਗਿਆ। ਉਹ ਸਾਡੇ ਤੇ ਇਲਜ਼ਾਮ ਲਾਤਾ। ਫਿਰ ਮੇਰਾ ਭਰਾ ਵੀ ਗਿਆ, ਇਹਨਾਂ ਕੋਲ ਆਈ ਆ। ਮੈਂ ਕਿਹਾ ਸਾਡੇ ਤਾਂ ਬੰਦੇ ਫੜ ਕੇ ਪੁਲਿਸ ਲੈ ਗਈ ਆ, ਸਾਨੂੰ ਪਤਾ ਨਹੀਂ। ਫਿਰ ਸਵੇਰ 8 ਵਜੇ ਜਦੋਂ ਪਤਾ ਚੱਲਿਆ ਨਾ ਵੀ ਕੁੜੀ ਮੁੰਡਾ ਵਾਸਬ ਮਰਿਆ ਪਿਆ ਵਾ, ਫਿਰ ਸਾਡੇ ਘਰ ਰੋਣ ਪਿੱਟਣ ਪੈ ਗਏ। आप खुद अंदाजा कीजिए नाजरीन, इस वक्त ये ना लड़के की फुप्पो है,
यानी कि सगी माँ का हाल देखें कि सगी माँ के बारे में पता चला है कि उसने पाँव पे ना अपना चद्दर डाल के दुपट्टा पैरों में रख के तो दोनों बहन भाई को राजी करके लेके आती है घर, और करती क्या है वो मार देती है दोनों को, अपने शोहर के साथ मिलकर कुछ और लोगों के साथ मिलकर मार के फिर बड़े जालमाना तरीके से लटकाती है, और मारने के बाद इन लोगों पर इल्जाम लगाती है जिनसे बात भी नहीं हो पा रही प्रॉपर। जब उस बच्चे का नाम लेते हैं ना वासिफ का, तो इनकी हालत बिगड़ जाती है, इतना रोना शुरू कर देते हैं ये लोग। और वो लड़का, वो बेचारा बेटा अपनी माँ की मोहब्बत में वहां जाता था, और माँ की मोहब्बत में ही उधर गया, और उसी चक्कर में माँ ने ही अपने बेटे को कत्ल करवा दिया, मार डाला। ये जरा गलत इल्जाम ला रही ने, तो पता लगा दोवां दे कि जी ਦੋਵੇਂ ਭੈੜੇ ਸਨ ਆਪਸ ਵਿੱਚ, ਇਸ ਤਰ੍ਹਾਂ ਦਾ ਕੋਈ ਤੁਹਾਨੂੰ ਇਲਜ਼ਾਮ ਪਤਾ ਲੱਗਾ? ਸਾਨੂੰ ਪਤਾ ਹੀ ਨਹੀਂ, ਇਦਾਂ ਸਾਡੇ ਨਾਲ ਕਿਹੜਾ ਬੋਲਦੇ ਚੱਲਦੇ ਸੀ। ਵਾਸਬ ਤਾਂ ਆਂਦਾ ਨਹੀਂ ਸੀ, ਵਾਸਬ ਜਦੋਂ ਚਲੇ ਗਿਆ ਨਾ ਫਿਰ ਸਾਡੇ ਮੱਥੇ ਨਹੀਂ ਲੱਗਿਆ। ਥਾਣੇ ਹੀ ਆਂਦਾ ਸੀ, ਥਾਣੇ ਵਾਪਸ ਆਪਣੇ ਅੱਬੂ ਕੋ ਚਲੇ ਜਾਂਦੇ ਸੀ, ਇੱਧਰ ਨਹੀਂ ਸੀ ਆਂਦੇ। ਤੇ ਫਿਰ ਜਿੱਦਣ ਆਹ ਲਿਆਏ ਆ ਲਾਸ਼ਾਂ, ਲਿਆਏ ਆ 2 ਵਜੇ ਉਧਰੋਂ ਹਸਪਤਾਲੋਂ ਮਿਲੀਆਂ, ਨਾਲ ਪੁਲਿਸ ਵੀ ਸੀ, ਐਂਬੂਲੈਂਸਾਂ 'ਚ ਲਿਆਏ ਆ। ਤੇ ਕੁੜੀ 'ਚੋਂ ਇੱਥੇ ਰੱਖ ਦਿੱਤੀਆਂ, ਮਹਿਮੂਨ ਸੀ, ਨਵਾਈ ਧਵਾਈ ਸ਼ੁਰੂ ਕਰਤੀ। ਕੁੜੀ 'ਚੋਂ ਬਦਬੂ ਬਹੁਤ ਆਂਦੀ ਪਈ ਸੀ, ਮੁੰਡੇ ਦੇ ਵੀ ਨੱਕ 'ਚੋਂ ਖੂਨ ਆਂਦਾ ਸੀ, ਕੁੜੀ ਦੇ ਵੀ ਆਂਦਾ ਸੀ। ਲਾਸ਼ਾਂ ਉਹਨਾਂ ਦੀ ਇੱਥੇ ਲੈ ਕੇ ਆਏ? ਹਾਂਜੀ, ਮੇਰੇ ਭਾਈ ਨੇ ਫਿਰ ਜਨਾਜ਼ੇ ਕਰਾਏ। ਜਨਾਜ਼ੇ ਦਾ ਇੰਤਜ਼ਾਮ ਵੀ ਐਸੇ ਕਰਵਾਇਆ? ਹਾਂਜੀ, ਇਸੇ ਕਰ ਕਫਨ ਦਫਨ ਇੱਥੋਂ ਹੀ ਫਿਰ ਮੇਰੇ ਭਰਾ ਨੇ ਕਰਵਾਇਆ ਵਾ। ਤੇ ਇੱਥੋਂ ਨਵਾ ਧਵਾ ਕੇ ਫਿਰ ਐਂਬੂਲੈਂਸਾਂ 'ਚ 3 ਵੱਜ ਗਏ ਸੀ ਤੇ ਦਫਨ ਕਰਕੇ ਆਏ। ਤੁਸੀਂ ਹੁਣ ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਮਰੀਮ ਨਵਾਜ਼ ਸਾਡਾ ਇਨਸਾਫ ਕਰ ਦੇਵੇ, ਬਸ ਸਾਡੇ ਜਿਹੜੇ ਪਿਛਲੇ ਬੰਦੇ ਆ ਉਹ ਫੜਾ ਦੇਵੇ। ਉਹ ਤਰੀਕ ਤੇ ਤਰੀਕ ਲਈ ਜਾਂਦੇ ਆ। ਕਿੰਨੇ ਬੰਦੇ ਨੇ ਜਿਹੜੇ? 2 ਜਾਣੇ। 2 ਬੰਦੇ ਫੜੇ ਨਹੀਂ ਗਏ? ਨਹੀਂ ਹੈਗੇ, ਜ਼ਮਾਨਤਾਂ ਕਰਾਈਆਂ। ਉਹ ਜਲਦ ਫੜ ਲੈਣ ਤੇ ਸਾਨੂੰ ਕੋਈ ਪਤਾ ਲੱਗੇ ਵੀ ਸਾਡੇ ਕੇਸ ਗਾਂ ਟੁਰਦਾ ਪਿਆ ਵਾ। इस वक्त जी हम मौजूद हैं उस जगह पर जहां पर एक 17 साल लड़के को और उसकी बहन जिसकी उम्र 14 साल थी, उनको कत्ल करके लड़की को तो फेंक दिया गया था और लड़के को इस दरख्त के साथ लटका दिया गया था। उसकी लाश लटक रही थी और उसकी बहन की लाश जमीन पर गिरी पड़ी थी। अब बात करते हैं कि इस केस के इन्वेस्टिगेशन ऑफिसर है उनसे। जी इखलाक साहब, बताइएगा कि क्या मामला है? ये लाश यहाँ पे बरामद होती है तो तफ्तीश करने के बाद क्या चीज़ें सामने आई हो? सर, सुबह का वक्त होता है, तकरीबन 5:30-6 बजे का टाइम है। एक अननोन आदमी कॉल करता है हमारे SHO साहब के नंबर पे, और SHO साहब और मैं और हमारी टीम हम सब इधर मौके पे पहुंचते हैं। जनाब SP साहब जड़ांवाला को इतला दी जाती है, जनाब DSP साहब जड़ांवाला को इतला दी जाती है। इधर हम पहुंचते हैं तो बच्ची की नाश जो है वो इधर नीचे पड़ी है और बिल्कुल सेव है, कोई उसके ना बाकी गले के सिवा और किसी जगह पे कोई ज़ख्म का निशान या नहीं है, लेकिन स्वेलिंग हुई हुई है उसके चेहरे पे, और उसके ऊपर ना कपड़ा पड़ा हुआ है इस जगह पे ये यहाँ पे आदमी खड़ा है। ठीक है। और दूसरा जो बच्चा है वो उसकी स्टैनी के साथ जो बेरी का दरख्त है ना, उसके गले से काले और सफ़ेद रंग का कपड़ा उसके साथ फंदा डला हुआ, और उसका थोड़ा सा पाँव जो है ना वो ऊपर है ज़मीन से, यानी उसको लटकाया हुआ था। हमने PFSA टीम को बुलाया, यहाँ पे उन्होंने तमाम अपना कवरेज की और नमूना जात जो है वो कलेक्ट किए। उसके बाद हमने उन नाशों को उतार कर PFA जो अपना पोस्टमार्टम के लिए अस्पताल ले गए। वहाँ से पोस्टमार्टम करके वहाँ पे जब ये नाशें पड़ी थी ना, उस वक्त क्योंकि काफ़ी सारे लोग आ गए थे और उनकी वालदा और वालद जो है ना वो तकरीबन 1.5-2 घंटे के बाद इधर पहुंची। जो सगी माँ है, जो सगी माँ और एक बाप और जो बाप था वो बेटी का सगा था, बेटे का सगा था, वो तकरीबन 1.5-2 घंटे के बाद इधर वो नहीं है। तभी आपको शक हो गया था? तभी हमें शक हो गया कि ये जो काम किया ना इन्होंने उस बदला लेने के लिए ये बच्ची और बच्चे को ना क्यों गई है इसलिए? हाँ, क्यों गई है, हमारी बदनामी हुई ये। हालांकि वो बहन भाई थे, वो जिस जगह पे मिला है वो बच्चा यही कहता है या बच्ची यही बोलती थी कि ये हम दोनों बहन भाई इकट्ठे रहते हैं, हम रहना चाहते हैं, बहन भाई हम इकट्ठा रहना चाहते हैं। माँ ने क्या क्या इंकशाफात किए हैं कि जब कत्ल किया तो किस तरह से कत्ल किया, फिर इस जगह पर क्योंकि गांव दूसरी साइड पे है, फिर वहाँ से यहाँ तक किस तरह लाए, क्या किया, कितने लोग और शामिल थे? ये 5 लोग जो है ना वो शामिल होते हैं इसमें। 4 लोग असल में, एक वालदा और एक वालिद और 2 उनके जो है ना रिश्तेदार हैं, सलीम और वो बूटा एक का है, दोनों भाई हैं।
वो बहुत तेज़ रहा रहे हैं। वो इस बात पे ना अरशद के पास बार बार आते हैं कि आपको गैरत नहीं आती, आपको हया नहीं आती, कि ये जो है ना उकसाते रहे उनको। हाँ, उकसाते रहे। कत्ल कहीं और किया गया, लटकाया यहाँ, फेंका लटकाया। गया और लटकाया यहाँ पर गया। हाँ जी, लटकाया यहाँ पे गया और कत्ल भी गला दबा के किया गया। गला दबा के किया गया है किसी कपड़े की मदद से। ठीक है, तो ये कत्ल उनको घर में किया गया। कत्ल घर में किया गया, उधर ही रखा गया, उधर से रात के टाइम उठाकर इधर लटकाया गया। ये जी ये सारे मामलात हैं जी, ये बता रहे हैं हमारे साथ जो इन्वेस्टिगेशन ऑफिसर हैं इखलास साहब कि यहाँ पर लाश पड़ी हुई थी लड़की की, गला दबाया गया था उसका, और हमें पता चला है जी कि तकरीबन 2-3 दिन पहले वो मारी जा चुकी थी, कत्ल की जा चुकी थी। और उसके साथ ही जो भाई है उसको इस दरख्त के साथ लटकाया गया था। पहले कत्ल कर दिया गया था, उसे गला दबाकर उसको मारा जा चुका था उस लड़के को, और उसके बाद उसकी लाश को यहाँ लटका दिया गया था। और उसके पाँव भी आप देख रहे हैं, अब पूरी स्क्रीन पे तो नहीं दिखा सकते, लेकिन आपको अंदाज़ा हो रहा होगा कि किस तरीके से उसको यहाँ पर लटकाया गया था। बहरहाल जुल्म और जुर्म कभी छुपता नहीं, और ख़ास तौर पर कत्ल जैसा जुर्म जो है वो छुपता नहीं है। और इस कत्ल का सबसे बड़ा अलमिया ये है कि कातिल कोई और नहीं, बेटे और बेटी की सगी माँ और बेटी का सगा वालिद, यानी कि उस औरत ने 2 शादियां की थी। एक शादी पहले की थी, भागकर उसके बाद फिर उसने दूसरी शादी कर ली, उसमें से ये बेटी हुई। बेटा और बेटी दोनों को इस माँ ने अपने दूसरे शोहर के साथ मिलकर मार डाला।